ਤੁਸੀਂ ਸੁਣ ਰਹੇ ਹੋ ਕਹਾਣੀਆਂ ਦਾ ਸਿਲਸਿਲਾ ਰਸਨਾ ਐਚਐਸ ਦੇ ਨਾਲ। ਅੱਜ ਜਿਹੜੀ ਕਹਾਣੀ 'ਤੇ ਅਸੀਂ ਝਾਤ ਮਾਰਾਂਗੇ ਅਤੇ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਾਂਗੇ, ਉਹ ਲਿਖੀ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਨੇ, ਅਤੇ ਕਹਾਣੀ ਦਾ ਸਿਰਲੇਖ ਹੈ ਭਾਬੀ ਮੈਨਾ। ਸ਼ਹਿਰ ਦੀ ਇੱਕ ਗਲੀ ਦੇ ਦੋ ਆਮੋ ਸਾਹਮਣੇ ਘਰਾਂ ਵਿਚਕਾਰ ਮਸਾਂ 3-3.5 ਗਜ਼ ਦੀ ਵਿੱਥ ਸੀ। ਦੋ ਬਾਰੀਆਂ ਵੀ ਪਹਿਲੀ ਛੱਤ ਉੱਤੇ ਆਮੋ ਸਾਹਮਣੇ ਹੀ ਖੁੱਲ੍ਹਦੀਆਂ ਸਨ। ਇੱਕ ਵਿੱਚੋਂ ਸਾਹਮਣੇ ਕੰਧ ਨਾਲ ਵੱਡਾ ਸ਼ੀਸ਼ਾ ਲਟਕਿਆ ਦਿਸਦਾ ਸੀ। ਹੋਰ ਚੀਜ਼ਾਂ ਇਸ ਕਮਰੇ ਵਿੱਚ ਥੋੜ੍ਹੀਆਂ ਹੀ ਸਨ। ਇੱਕ ਮੰਜੀ, ਇੱਕ ਪੀੜ੍ਹੀ, ਇੱਕ ਆਲੇ ਦੇ ਵਿੱਚ 2-4 ਕਿਤਾਬਾਂ, ਕੰਘੀ, ਤੇਲ, ਕੰਧ ਉੱਤੇ 1-2 ਤਸਵੀਰਾਂ, ਟੋਕਰੀ ਵਿੱਚ 2-4 ਕੱਪੜੇ। ਇਹ ਛੋਟਾ ਜਿਹਾ ਕਮਰਾ ਸੀ ਅਤੇ ਇਸ ਵਿੱਚ ਸਿਵਾਏ ਇੱਕੋ ਇਸਤਰੀ ਦੇ ਕੋਈ ਹੋਰ ਸੂਰਤ ਘੱਟ ਹੀ ਕਦੇ ਵੇਖੀ ਗਈ ਸੀ। ਇਹ ਕਦੇ ਕਸੀਦਾ ਕੱਢਦੀ, ਕਦੇ ਕਿਤਾਬ ਪੜ੍ਹਦੀ, ਕਦੇ ਉਂਦੀ ਪਈ ਬੈਠੀ ਹੁੰਦੀ ਅਤੇ ਕਦੀ ਸ਼ੀਸ਼ੇ ਸਾਹਮਣੇ ਖਲੋ ਕੇ ਵਾਲਾਂ ਨੂੰ ਕਿੰਨਾ ਚਿਰ ਕੰਘੀ ਕਰਦੀ ਰਹਿੰਦੀ। ਕੰਘੀ ਇਹ ਕਰਦੀ ਵੀ ਕਈ ਵਾਰੀ ਸੀ। ਘਰਦਿਆਂ ਦਾ ਖਿਆਲ ਸੀ ਕਿ ਇਹਨੂੰ ਕੰਘੀ ਦਾ ਝੱਲ ਏ। ਇਹਦੇ ਵਾਲ ਲੰਮੇ ਵੀ ਬੜੇ ਸਨ। ਜਦੋਂ ਉਹ ਉੜਕ ਕੇ ਉਹਨਾਂ ਦੀ ਲੰਬਾਈ ਵੇਖਦੀ ਤਾਂ ਗਿੱਟੇ ਛੂਹ ਕੱਤਦੇ ਸਨ। ਜੇ ਕਿਸੇ ਨੇ ਇਹ ਚਾਨਣੇ ਵੇਖੇ ਹੁੰਦੇ ਤਾਂ ਉਹਨਾਂ ਦੀ ਲਿਸ਼ਕ ਦਾ ਵੀ ਉਹਨਾਂ ਨੂੰ ਜ਼ਰੂਰ ਪਤਾ ਹੁੰਦਾ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਹਨੂੰ ਆਪਣੇ ਵਾਲਾਂ ਦਾ ਬੜਾ ਮਾਣ ਸੀ। ਇਹ ਜਵਾਨ ਸੀ, ਸੁਨੱਖਸ਼ ਤੇ ਲੰਮੀ। ਇਹਦੀਆਂ ਅੱਖਾਂ ਦਾ ਰੰਗ ਸਾਹਮਣੀ ਬਾਰੀ ਵਿੱਚੋਂ ਨਹੀਂ ਸੀ ਦਿਸ ਸਕਦਾ, ਪਰ ਦਿੱਖ ਬੜੀ ਮਿੱਠੀ ਤੇ ਉਦਾਸ ਸੀ। ਇਹ ਬਹੁਤ ਚਿਰ ਆਪਣੀ ਬਾਰੀ ਦੀ ਰੌਂਸ ਉੱਤੇ ਬੈਠੀ ਹੰਝੂ ਘੇਰਦੀ ਰਹਿੰਦੀ ਸੀ। ਕਦੇ ਬਾਰੀ ਵਿੱਚੋਂ ਸਿਰ ਲਮਕਾ ਕੇ ਬਾਹਰ ਵੇਖਦੀ ਨੂੰ ਕਿਸੇ ਨੇ ਨਹੀਂ ਸੀ ਤੱਕਿਆ, ਪਰ ਗਲੀ ਵਾਲਿਆਂ ਨੂੰ ਇਹਦੀ ਬੈਠਕ ਦਾ ਅਹਿਸਾਸ ਜ਼ਰੂਰ ਹੁੰਦਾ ਸੀ। ਕਦੇ ਕੋਈ ਲੰਘਦੀ ਜਾਂਦੀ ਆਵਾਜ਼ ਵੀ ਮਾਰ ਲੈਂਦੀ ਸੀ ਅਤੇ ਬੜੇ ਮਿੱਠੇ ਲਹਿਜ਼ੇ ਵਿੱਚ ਜ਼ਰਾ ਕੁ ਉਲਰ ਕੇ ਜਵਾਬ ਦੇ ਵੀ ਦਿੰਦੀ ਸੀ। ਜਦੋਂ ਇਹ ਕਮਰੇ ਵਿੱਚ ਨਾ ਹੋਵੇ ਤਾਂ ਬਾਰੀ ਬੰਦ ਹੋ ਜਾਂਦੀ ਸੀ, ਪਰ ਸਿਆਲ ਵਿੱਚ ਲੋਢੇ ਕੁ ਵੇਲੇ ਅਤੇ ਗਰਮੀਆਂ ਦੇ ਦਿਨਾਂ ਵਿੱਚ 12 ਕੁ ਵਜੇ ਇਹ ਬਾਰੀ ਜ਼ਰੂਰ ਖੁੱਲ੍ਹਦੀ ਸੀ ਅਤੇ ਇਸ ਬਾਰੀ ਵਿੱਚ ਜ਼ਰਾ ਕੁ ਪਾਸਾ ਪਰਤ ਕੇ ਉਹ ਬੈਠੀ ਹੁੰਦੀ ਸੀ ਅਤੇ ਕਦੇ-ਕਦੇ ਗਲੀ ਵੱਲ ਝਾਕ ਲਿਆ ਕਰਦੀ ਸੀ। ਉਹ ਇੱਕ ਬੱਚਾ ਜਿਹਾ ਲੜਕਾ ਬਸਤਾ ਫੜੀ ਗਲੀ ਦਾ ਮੋੜ ਮੁੜਦਾ ਦਿਸ ਪੈਂਦਾ। ਇਹ ਕੰਮ ਛੱਡ ਕੇ ਬਾਰੀ ਦੇ ਜੰਗਲੇ ਦੀਆਂ ਗੁੱਡੀਆਂ 'ਚੋਂ ਉੱਧਰ ਤੱਕਦੀ ਰਹਿੰਦੀ। ਲੜਕਾ ਵੀ ਕਦੇ-ਕਦੇ ਤਾਂ ਤੱਕਦਾ ਅਤੇ ਫਿਰ ਆਪਣੇ ਘਰ ਵੜ ਜਾਂਦਾ। ਉਹਦੇ ਪੌੜੀਆਂ ਚੜ੍ਹਨ ਦੀ ਟੱਪ-ਟੱਪ ਇਸਤਰੀ ਦੇ ਕੰਨਾਂ ਵਿੱਚ ਹੁੰਦੀ। ਉਹ ਕਦੇ ਉਸ ਘਰ ਨਹੀਂ ਸੀ ਗਈ, ਪਰ ਉਹਨੂੰ ਉਹਨਾਂ ਦੀ ਪੌੜੀ ਦੇ ਅੱਡਿਆਂ ਦੀ ਗਿਣਤੀ ਯਾਦ ਸੀ। ਹਰ ਅੱਡੇ ਉੱਤੇ ਪੈਂਦੇ ਪੈਰਾਂ ਨੂੰ ਉਹਨਾਂ ਦੀ ਆਵਾਜ਼ ਦੇ ਨਾਲ ਉਸਨੇ ਕਈ ਵਾਰੀ ਆਪਣੀ ਛਾਤੀ ਨਾਲ ਘੁੱਟਿਆ ਸੀ। ਦੂਜੇ ਘਰ ਕੋਈ ਬੂਹਾ ਖੁੱਲ੍ਹਦਾ, ਉਹ ਤੱਕੇ ਬਿਨਾਂ ਹੀ ਮਹਿਸੂਸ ਕਰਦੀ ਕਿ ਸਾਹਮਣੀ ਬੈਠਕ ਵਿੱਚ ਕੋਈ ਵੜਿਆ ਏ। ਬਸਤਾ ਇੱਕ ਪਾਸੇ ਧਾਰੋ ਲੜਕਾ ਕੁਝ ਚਿਰ ਆਪਣੀ ਬਾਰੀ ਖੋਲ੍ਹ ਕੇ ਸਾਹਮਣੀ ਬਾਰੀ ਵੱਲ ਵੇਖਦਾ। ਇਸਤਰੀ ਉੱਧਰ ਨਹੀਂ ਸੀ ਤੱਕਦੀ, ਪਰ ਉਹਨੂੰ ਪਤਾ ਹੁੰਦਾ ਸੀ ਕਿ ਉਹਦੇ ਇੱਕ ਪਾਸੇ ਉਹ ਅੱਖਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦਾ ਰਾਹ ਉਹ ਰੋਜ਼ ਤੱਕਦੀ ਰਹਿੰਦੀ ਸੀ। ਅਤੇ ਜੇ ਕਿਸੇ ਦਿਨ ਉਹਨੂੰ ਸਕੂਲੋਂ ਆਉਂਦਿਆਂ ਦੇਰ ਹੋ ਜਾਏ ਤਾਂ ਆਉਂਦੇ ਮੁੰਡਿਆਂ ਕੋਲੋਂ ਪੁੱਛਣਾ ਚਾਹੁੰਦੀ ਸੀ, ਕਾਕਾ ਕਿਉਂ ਨਹੀਂ ਆਇਆ? ਪਰ ਪੁੱਛਿਆ ਉਸ ਕਦੀ ਨਹੀਂ ਸੀ। ਕਾਕਾ ਬੈਠਕ ਦਾ ਬੂਹਾ ਭੀੜ ਕੇ ਕੋਠੇ ਉੱਤੇ ਚੜ੍ਹ ਜਾਂਦਾ ਸੀ। ਕਿੰਨਾ ਹੀ ਚਿਰ ਇਸ ਤਰ੍ਹਾਂ ਲੰਘ ਗਿਆ। ਕਾਕਾ ਹੁਣ 13 ਸਾਲਾਂ ਦਾ ਹੋਣ ਲੱਗਾ। ਉਹਦੀ ਦਿਲਚਸਪੀ ਸਾਹਮਣੀ ਬਾਰੀ ਵਿੱਚ ਉਹਨੂੰ ਕੁਝ ਵਧੇਰੇ ਸੁਆਦਲੀ ਮਹਿਸੂਸ ਹੋਣ ਲੱਗੀ। ਇੱਕ ਦਿਨ ਉਹ ਆਪਣੀ ਮਾਂ ਕੋਲੋਂ ਪੁੱਛਦਾ ਹੈ, ਸਾਡੇ ਘਰ ਸਾਰੇ ਆਉਂਦੇ ਨੇ ਪਰ ਸਾਹਮਣੇ ਘਰੋਂ ਕਦੀ ਕੋਈ ਨਹੀਂ ਆਇਆ। ਕਾਕਾ, ਇਹ ਇਕੱਲਾ ਭਾਬੜਿਆਂ ਦਾ ਘਰ ਹੈ ਸਾਡੀ ਗਲੀ ਵਿੱਚ। ਇਹ ਲੋਕ ਮਾਸ ਤੋਂ ਬੜਾ ਪਰਹੇਜ਼ ਕਰਦੇ ਨੇ। ਇਹ ਇਸ ਲਈ ਸਿੱਖਾਂ ਨਾਲ ਕੋਈ ਵਰਤੋਂ ਵਿਹਾਰ ਨਹੀਂ ਰੱਖਦੇ। ਪਰ ਮਾਂ, ਅਸੀਂ ਤਾਂ ਮਾਸ ਨਹੀਂ ਖਾਂਦੇ। ਇਹ ਸਮਝਦੇ ਨੇ ਸਾਰੇ ਸਿੱਖ ਮਾਸ ਖਾਂਦੇ ਨੇ। ਅਤੇ ਕੀ ਇਹ ਘਰੋਂ ਬਾਹਰ ਵੀ ਨਹੀਂ ਨਿਕਲਦੇ? ਨਿਕਲਦੇ ਨੇ, ਪਰ ਹੈ ਇਹ ਦੁਖੀ ਜਿਹਾ ਘਰ। ਮੌਤ ਨੇ ਇਸ ਘਰ ਬੜਾ ਉਜਾੜਾ ਪਾਇਆ ਏ। ਇੱਕੋ ਇੱਕ ਪੁੱਤਰ ਰਹਿ ਗਿਆ ਸੀ। ਉਹਨੂੰ ਵਿਆਹਿਆ, ਪਰ 2 ਵਾਰੀ ਉਹ ਵੀ ਮਰ ਗਿਆ। ਮੋਏ ਪਿੱਛੋਂ ਇੱਕ ਬਾਲ ਹੋਇਆ, ਉਹ ਵੀ ਵਰਾ ਜਿਉਂਦਾ ਨਾ ਰਿਹਾ। ਹੁਣ 3 ਰੰਡੀਆਂ ਰੋਣ ਧੋਣ ਨੂੰ ਰਹਿ ਗਈਆਂ ਨੇ। ਉਹ ਬਾਲ ਕਿਹਦਾ ਸੀ? ਮੈਨਾ ਦਾ, ਜਿਹਨੂੰ ਤੂੰ ਕਈ ਵਾਰੀ ਬਾਰੀ ਵਿੱਚ ਬੈਠਿਆ ਵੇਖਿਆ ਹੋਵੇਗਾ। ਉਹ ਮਾਂ, ਉਹ ਹਰ ਵੇਲੇ ਬਾਰੀ ਵਿੱਚ ਕਿਉਂ ਬੈਠੀ ਰਹਿੰਦੀ ਏ? ਉਹ ਲੋਕ ਜਵਾਨ ਰੰਡੀਆਂ ਨੂੰਹਾਂ ਦੀ ਬੜੀ ਰਾਖੀ ਕਰਦੇ ਨੇ ਅਤੇ ਕੰਮ ਵੀ ਘਰ ਵਿੱਚ ਬਹੁਤਾ ਹੋਇਆ ਕੋਈ ਨਾ। ਰਾਖੀ ਕਿਉਂ ਕਰਦੇ ਨੇ? ਐਵੇਂ ਕਿਸੇ ਨਾਲ ਕੋਈ ਘਰ ਦੀ ਗੱਲ ਕਰਨਗੀਆਂ, ਖੁਸ਼ ਜੂ ਨਾ ਰਹਿੰਦੀਆਂ ਹੋਈਆਂ। ਮਾਂ, ਜਿੰਨੀਆਂ ਜਨਾਨੀਆਂ ਸਾਡੇ ਆਉਂਦੀਆਂ ਨੇ
ਕਿਸੇ ਨੂੰ ਤੁਸੀਂ ਕਹਿੰਦੇ ਹੋ ਚਾਚੀ ਆਖਾਂ, ਕਿਸੇ ਨੂੰ ਮਾਸੀ, ਕਿਸੇ ਨੂੰ ਭੂਆ ਆਖਾਂ। ਜੇ ਕਦੇ ਮੈਨੂੰ ਮਿਲੇ ਤਾਂ ਮੈਂ ਕੀ ਆਖਾਂ? ਕੌਣ? ਮੈਂ ਨਾ? ਹਾਂਜੀ, ਜਿਹੜੀ ਬਾਰੀ ਵਿੱਚ ਬੈਠੀ ਰਹਿੰਦੀ ਏ। ਇਹ ਤੇਰੀ ਭਾਬੀ ਏ। ਇਹਦਾ ਘਰ ਵਾਲਾ ਤੇਰੀ ਗਲੀ ਦਾ ਭਰਾ ਹੁੰਦਾ ਸੀ, ਬੜਾ ਚੰਗਾ ਮੁੰਡਾ ਸੀ। ਇਹ ਮੈਨਾ ਕਿਸ ਤਰ੍ਹਾਂ ਦਾ ਨਾਂ ਹੋਇਆ? ਤੈਨੂੰ ਚੰਗਾ ਨਹੀਂ ਲੱਗਾ? ਨਹੀਂ, ਬੜਾ ਚੰਗਾ ਲੱਗਾ ਏ, ਪਰ ਮੈਂ ਅੱਗੇ ਕਦੇ ਇਹੋ ਜਿਹਾ ਨਾਂ ਨਹੀਂ ਸੁਣਿਆ। ਮੈਨਾ ਉਹੀ ਹੁੰਦੀ ਏ ਨਾ ਜਿਹੜੀ ਮਾਮਾ ਜੀ ਦੇ ਘਰ ਪਿੰਜਰੇ 'ਚੋਂ ਬੜੀਆਂ ਪਿਆਰੀਆਂ ਗੱਲਾਂ ਕਰਦੀ ਏ। ਤੋਤਾ ਐਡਾ ਸੋਹਣਾ ਨਹੀਂ ਬੋਲਦਾ। ਹਾਂ, ਉਹੀ। ਮਾਂ, ਮੈਨੂੰ ਇੱਕ ਮੈਨਾ ਲੈ ਦਿਓਗੇ? ਕਾਕਾ, ਤੂੰ ਆਪਣੇ ਮਾਮੇ ਨੂੰ ਹੀ ਆਖੀਂ। ਕੁਝ ਦਿਨਾਂ ਬਾਅਦ ਕਾਕੇ ਦੀ ਬੈਠਕ 'ਚ ਇੱਕ ਪਿੰਜਰਾ ਟੰਗਿਆ ਹੋਇਆ ਸੀ। ਇਹ ਪਿੰਜਰਾ ਜੇ ਉਹ ਕੋਠੇ 'ਤੇ ਜਾਂਦਾ ਤਾਂ ਨਾਲ ਲੈ ਜਾਂਦਾ। ਆਪਣੀ ਮੈਨਾ ਨੂੰ ਕਾਕੇ ਨੇ ਸਿਖਾਇਆ, ਭਾਬੀ ਮੈਨਾ ਬਾਰੀ ਵਿੱਚ ਬੈਠੀ ਏ। ਬਾਰੀ ਵਾਲੀ ਮੈਨਾ ਨੇ ਕਾਕੇ ਨਾਲ ਕਦੇ ਗੱਲ ਨਹੀਂ ਸੀ ਕੀਤੀ, ਪਰ ਉਹਨੂੰ ਚੰਗਾ ਲੱਗਦਾ ਸੀ। ਪਿੰਜਰੇ ਵਾਲੀ ਮੈਨਾ ਜਦੋਂ ਆਂਦੀ ਸੀ, ਭਾਬੀ ਮੈਨਾ ਬਾਰੀ ਵਿੱਚ ਬੈਠੀ ਏ, ਸਿਆਲ ਦੀਆਂ ਰਾਤਾਂ ਵਿੱਚ ਭਾਬੀ ਮੈਨਾ ਆਪਣੇ ਕਮਰੇ ਵਿੱਚ ਸੌਂਦੀ ਸੀ। ਇਮਤਿਹਾਨ ਨੇੜੇ ਆਉਣ ਕਰਕੇ ਕਾਕਾ ਵੀ ਕੁਝ ਦਿਨਾਂ ਤੋਂ ਬੈਠਕ ਵਿੱਚ ਹੀ ਸੌਣ ਲੱਗ ਪਿਆ ਸੀ। ਭਾਬੀ ਮੈਨਾ ਨੂੰ ਕਈ ਵਾਰੀ ਸੁੱਤੇ ਕਾਕੇ ਦੇ ਸਾਹ ਦੀ ਆਵਾਜ਼ ਆਉਂਦੀ ਸੀ। ਉਹ ਕਿੰਨਾ ਚਿਰ ਮੰਜੇ ਤੋਂ ਉੱਠ ਕੇ ਸੁਣਦੀ ਰਹਿੰਦੀ ਸੀ। ਉਹਦੀ ਉਮਰ ਹੁਣ 5 ਵਰ੍ਹਿਆਂ ਦੀ ਹੋਣ ਵਾਲੀ ਸੀ। ਕਾਕਾ 13 ਦਾ ਪੂਰਾ ਨਹੀਂ ਸੀ ਹੋਇਆ। ਉਹ ਦਿਲ ਵਿੱਚ ਆਂਦੀ ਸੀ, ਜੇ ਕਦੇ ਇਸ ਬੱਚੇ ਨਾਲ ਬੋਲਣ ਦੀ ਖੁੱਲ੍ਹ ਹੋਵੇ, ਮੈਂ ਇਹਨੂੰ ਸਕੂਲੋਂ ਆਉਂਦੇ ਨੂੰ ਬਾਰੀ 'ਚੋਂ ਸਿਰ ਕੱਢ ਕੇ ਵੇਖ ਸਕਦੀ ਹੋਵਾਂ, ਮੈਂ ਇਹਦੇ ਨਾਲ ਗੱਲ ਕਰ ਸਕਦੀ ਹੋਵਾਂ, ਅਤੇ ਜਦੋਂ ਇਹ ਕਦੇ ਬਿਮਾਰ ਹੋਵੇ, ਮੈਂ ਇਹਦੇ ਘਰ ਜਾ ਕੇ ਇਹਦੇ ਮੰਜੇ ਉੱਤੇ ਬਹਿ ਸਕਾਂ। ਬਿਮਾਰੀ ਵਿੱਚ ਕਿਸੇ ਨੂੰ ਕਿਸੇ ਖਰਾਬੀ ਦਾ ਕੀ ਡਰ ਹੋ ਸਕਦਾ ਹੈ? ਫਿਰ ਆਪੇ ਹੀ ਕਹਿੰਦੀ, ਮੈਨੂੰ ਕਿਸ ਇੰਨੀ ਖੁੱਲ੍ਹ ਦੇਣੀ ਹੈ? ਮੈਂ ਇਸੇ ਹੀ ਕਮਰੇ ਵਿੱਚ ਬੁੱਢੀ ਹੋ ਜਾਣਾ ਹੈ। ਮੇਰੇ ਵਾਲ ਮੇਰੀ ਸੱਸ ਦੇ ਵਾਲਾਂ ਵਾਂਗ ਭੁਰ ਜਾਣਗੇ। ਕਾਕੇ ਦਾ ਵਿਆਹ ਹੋ ਜਾਏਗਾ। ਇਹ ਬਾਰੀ ਫਿਰ ਇਸ ਤਰ੍ਹਾਂ ਖੁੱਲ੍ਹੀ ਨਹੀਂ ਰਹਿਣੀ। ਫਿਰ ਮੈਂ ਕਿਹੜੀ ਉਡੀਕ ਵਿੱਚ ਇਸ ਹਨੇਰ ਜ਼ਿੰਦਗੀ ਦੇ ਲੰਮੇ ਦਿਨ ਤੇ ਲੰਮੀਆਂ ਰਾਤਾਂ ਕੱਟਿਆ ਕਰਾਂਗੀ। ਇਹ ਸੋਚਦਿਆਂ ਉਹਨੂੰ ਗੋਤਾ ਜਿਹਾ ਆਇਆ। ਉਹ ਬਿਸਤਰੇ ਵਿੱਚੋਂ ਉੱਠ ਕੇ ਬਾਰੀ ਵਿੱਚ ਗਈ। ਰਾਤ ਚਾਨਣੀ ਸੀ। ਖੁੱਲ੍ਹੀ ਬਾਰੀ 'ਚੋਂ ਮਾੜਾ ਮਾੜਾ ਚਾਨਣ ਕਾਕੇ ਦੇ ਮੂੰਹ ਉੱਤੇ ਪੈ ਰਿਹਾ ਸੀ। ਕਾਕਾ ਕੋਕ ਸੁੱਤਾ ਪਿਆ ਸੀ। ਉਹਦਾ ਸਾਹ ਉੱਚਾ ਉੱਚਾ ਆ ਰਿਹਾ ਸੀ। ਮੈਨਾ ਦੇ ਜੀਅ ਵਿੱਚੋਂ ਉਬਾਲ ਜਿਹਾ ਉੱਠਿਆ। ਉਸਨੇ 2 ਘਰਾਂ ਦੀ ਵਿੱਥ ਜਾਚੀ, ਬੜੀ ਥੋੜ੍ਹੀ ਜਾਪੀ। ਕਦੇ ਬਾਰੀਆਂ ਦੀਆਂ ਦੋਹਾਂ ਬੰਨੀਆਂ ਉੱਤੇ ਆਪਣੀ ਮੰਜੀ ਢਾ ਕੇ ਪੁਲ ਬਣਾ ਲਵਾਂ, ਮੈਂ ਕਾਕੇ ਕੋਲ ਪਹੁੰਚ ਜਾਵਾਂ। ਮੈਂ ਉਹਨੂੰ ਜਗਾਵਾਂਗੀ ਨਹੀਂ, ਉਹਦਾ ਮੂੰਹ ਦੂਰੋਂ ਚੁੰਮ ਕੇ ਆਪਣੇ ਕਮਰੇ ਵਿੱਚ ਆ ਜਾਵਾਂਗੀ। ਪਰ ਨਾ ਉਹ ਵਿੱਥ ਇੰਨੀ ਥੋੜ੍ਹੀ ਸੀ ਤੇ ਨਾ ਉਹਦੀ ਰੀਝ, ਜਿੰਨੀ ਉਹਦੇ ਵਿੱਚ ਹਿੰਮਤ ਸੀ। ਉਹ ਮੰਜੀ ਉੱਤੇ ਆ ਲੰਮੀ ਪਈ। ਕੁਝ ਚਿਰ ਬਾਅਦ ਕਾਕੇ ਦੀ ਬੈਠਕ ਵਿੱਚੋਂ ਆਵਾਜ਼ ਆਈ, ਭਾਬੀ ਮੈਨਾ। ਉਹ ਚੌਂਕ ਕੇ ਫਿਰ ਉੱਠੀ, ਪਰ ਉਹ ਪਿੰਜਰੇ ਦੀ ਮੈਨਾ ਦੀ ਆਵਾਜ਼ ਸੀ। ਕਾਕਾ ਉਸੇ ਪਾਸੇ ਸੁੱਤਾ ਪਿਆ ਸੀ। ਉਸ ਘੜੀ ਮੈਨਾ ਦੀ ਸੱਸ ਕਿਤੇ ਪੈਖਾਨੇ ਜਾਣ ਲਈ ਉੱਠੀ ਸੀ। ਉਸ ਸੁਣਿਆ ਮੈਨਾ ਦੇ ਕਮਰੇ ਵਿੱਚ ਕੁਝ ਖੜਾਕ ਹੋਇਆ ਸੀ। ਨਾਲੇ ਉਸਨੂੰ ਭਾਬੀ ਮੈਨਾ ਸੁਣਨ ਦਾ ਵੀ ਭੁਲੇਖਾ ਜਿਹਾ ਸੀ। ਉਸਨੇ ਮੈਨਾ ਨੂੰ ਆਵਾਜ਼ ਦਿੱਤੀ। ਮੈਨਾ ਅੰਦਰੋਂ ਝੱਟ ਬੋਲ ਪਈ। ਸੱਸ ਦਾ ਸ਼ੱਕ ਪੱਕਾ ਹੋ ਗਿਆ। ਤੂੰ ਸੁੱਤੀ ਨਹੀਂ ਸੈਂ? ਮੈਨਾ, ਰਾਤ ਤਾਂ ਅੱਧੀ ਲੰਘ ਗਈ ਏ। ਐਵੇਂ ਜਾ ਖੁੱਲ੍ਹ ਗਈ ਸੀ ਬੀਬੀ ਜੀ। ਸੱਸ ਕਮਰੇ ਵਿੱਚ ਆ ਵੜੀ। ਉਸਨੂੰ ਸਾਹਮਣੀ ਬਾਰੀ ਵਿੱਚ ਕੋਈ ਸੁੱਤਾ ਜਾਪਿਆ ਆਦਮੀ ਦਾ ਮੂੰਹ। ਤੂੰ ਕਿਸੇ ਨਾਲ ਗੱਲਾਂ ਪਈ ਕਰਦੀ ਸਾਂ? ਮੈਂ ਕਿਹਦੇ ਨਾਲ ਗੱਲਾਂ ਕਰਨੀਆਂ ਸਨ ਬੀਜੀ? ਸੱਸ ਨੇ ਫੇਰ ਸਾਹਮਣੀ ਬਾਰੀ ਵੱਲ ਤੱਕਿਆ। ਉਹ ਤਾਂ ਸਰਦਾਰਾਂ ਦਾ ਕਾਕਾ ਏ, ਘੂਕ ਸੁੱਤਾ ਪਿਆ ਏ, ਮੈਨਾ ਨੇ ਆਖਿਆ। ਸੱਸ ਚਲੀ ਗਈ। ਪਰ ਭਾਵੇਂ ਕਾਕਾ ਬਿਲਕੁਲ ਬੱਚਾ ਸੀ ਤੇ ਆਪਣੀ ਉਮਰ ਨਾਲੋਂ ਵੀ ਭੋਲਾ ਸੀ, ਤਾਂ ਵੀ ਸੀ ਤਾਂ ਮਰਦ। ਵਿਧਵਾਵਾਂ ਦਾ ਕੀ ਕੰਮ ਕਿ ਬੱਚਿਆਂ ਵੱਲ ਵੀ ਇਸ ਤਰ੍ਹਾਂ ਤੱਕਣ। ਮੈਨਾ ਸਕੂਲੋਂ ਆਂਦੇ ਕਾਕੇ ਨੂੰ ਤੱਕਦੀ ਏ। ਕਾਕਾ ਵੀ ਆਉਂਦਾ, ਪਹਿਲੋਂ ਬੈਠਕ ਵਿੱਚ ਜਾਂਦਾ ਏ ਤੇ ਬਾਰੀ ਖੁੱਲ੍ਹੀ ਰੱਖਦਾ ਏ। ਉਹ ਪਿਛਲੇ ਸਾਲ ਨਾਲੋਂ ਐਤਕੀ ਵੱਡਾ ਵੀ ਚੰਗਾ ਜਾਪਦਾ ਏ। ਇਹ ਗੱਲਾਂ ਸੁੱਟ ਪਾਉਣ ਵਾਲੀਆਂ ਨਹੀਂ ਸਨ। ਇਹੋ ਜਿਹੀਆਂ ਬਦਲੀਆਂ ਕਦੇ ਕਾਹਲੀਆਂ ਘਟਾ ਬਣ ਜਾਂਦੀਆਂ ਨੇ। ਅੱਜ ਜਦੋਂ ਕਾਕਾ ਸਕੂਲੋਂ ਆਇਆ, ਮੈਨਾ ਦੀ ਬਾਰੀ ਬੰਦ ਸੀ। ਰਾਤੀ ਵੀ ਉਹ ਬਾਰੀ ਬੰਦ ਰਹਿਣ ਲੱਗ ਪਈ। ਕਾਕੇ ਦੀ ਜ਼ਿੰਦਗੀ ਦਾ ਵੀ ਇਹ ਬਾਰੀ ਇੱਕ ਹਿੱਸਾ ਬਣਦੀ ਜਾ ਰਹੀ ਸੀ। ਉਹਦਾ ਹੁਣ ਖੇਡਾਂ ਵਿੱਚ ਇੰਨਾ ਜੀਅ ਨਹੀਂ ਸੀ ਲੱਗਦਾ। ਮਾਂ ਕੋਲੋਂ ਪੁੱਛਣ ਦਾ ਕੋਈ ਫਾਇਦਾ ਨਹੀਂ ਸੀ, ਕਿਉਂਕਿ ਉਸ ਘਰ ਨਾਲ ਕੋਈ ਵਾਹ ਨਹੀਂ ਸੀ ਪੈਂਦਾ। ਕਦੇ ਵਿਆਹ ਢੰਗ ਵੇਲੇ ਭਾਜੀ ਦੇਣ ਦਿਵਾਉਣ ਲਈ ਦਹਿਲੀਜ਼ਾਂ ਟੱਪੀਆਂ ਜਾਂਦੀਆਂ ਸਨ। ਅੱਜ ਰਾਤ ਹਨੇਰੀ ਸੀ। ਮੈਨਾ ਦੀ ਬਾਰੀ ਨਾਲ ਕੁਸਰ ਮੁਸਰ ਜੀ ਹੋਈ, ਜੀਕਰ ਕੋਈ ਕੁੰਜੀਆਂ ਵਟਾ ਵਟਾ ਕੇ ਜੰਦਰਾ ਖੋਲ੍ਹਦਾ ਏ। ਫਿਰ ਬਾਰੀ ਮਲਕੜੇ ਜੀ ਖੁੱਲ੍ਹੀ।
मैना ने उठ के बूहे चों घर दा खड़ाक लिया, फिर गली विच तक्किया, फिर काके दा साह सुणिया। काका सुत्ता होया सी, होर किसे नूं उस हनेरे विच कुਝ नहीं सी दिसदा, पर मैना दियां प्यार टोंदियां अखां काके दा अंग अंग वेख रहीआं सन। दूजी घड़ी ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਸ ਤਰ੍ਹਾਂ ਉਹ ਕਾਕੇ ਦੀ ਮੰਜੀ ਉੱਤੇ ਬੈਠੀ ਸੀ ਤੇ ਉਹਦੇ ਕੂਲੇ ਵਾਲਾਂ ਵਿੱਚ ਉਂਗਲਾਂ ਫੇਰ ਰਹੀ ਸੀ ਤੇ ਫੇਰ ਫੇਰ ਕੇ ਉਹਨੂੰ ਜਗਾ ਰਹੀ ਸੀ। ਮੈਨਾ ਦੇ ਕੰਨੀ ਉਹਦੀ ਆਵਾਜ਼ ਪਈ, ਕਾਕਾ ਕਾਕਾ ਕਾਕਾ। ਉਹ ਅਜੇ ਵੀ ਸੁੱਤਾ ਹੋਇਆ ਸੀ। ਉਹ ਉਹਨੂੰ ਕਹਿ ਰਹੀ ਸੀ, ਕਾਕਾ ਤੇਰੀ ਭਾਬੀ ਮੈਨਾ ਇੱਕ ਘੜੀ ਲਈ ਜਾਗ ਪੋ, ਇੱਕ ਪਲ ਲਈ ਜਾਗ ਪੋ, ਇੱਕੋ ਲਫ਼ਜ਼ ਇੱਕੋ ਗੱਲ, ਇੱਕੋ ਲਫ਼ਜ਼ ਇੱਕੋ ਗੱਲ, ਫਿਰ ਬਸ। ਕਾਕਾ ਉੱਬੜਵਾਏ ਉੱਠਿਆ। ਮੈਨਾ ਨੂੰ ਬੜੀ ਸ਼ਰਮ ਆਈ। ਉਹਨੂੰ ਹੁਣ ਪਤਾ ਲੱਗਾ ਕਿ ਉਹ ਆਪਣੇ ਮਨ ਵਿੱਚ ਨਹੀਂ, ਆਪਣੇ ਮੂੰਹ ਨਾਲ ਬੋਲ ਰਹੀ ਸੀ ਤੇ ਕਾਕਾ ਜਾਗ ਪਿਆ ਸੀ। ਜੇ ਕੋਈ ਹੋਰ ਵੀ ਜਾਗ ਪਿਆ ਹੋਵੇ। ਕਾਕਾ ਆਪਣੀ ਬਾਰੀ ਵਿੱਚ ਆ ਬੈਠਾ। ਉਹਨੂੰ ਵੀ ਬਾਰੀ ਦੇ ਹਨੇਰੇ ਵਿੱਚ ਬੈਠੀ ਭਾਬੀ ਮੈਨਾ ਮਹਿਸੂਸ ਹੋ ਰਹੀ ਸੀ। ਉਹਨੇ ਕਈ ਵਾਰ ਭਾਬੀ ਮੈਨਾ ਨੂੰ ਗਲਵੱਕੜੀ ਪਾਉਣੀ ਚਾਹੀ ਸੀ। ਉਹ ਬੜਾ ਉਦਾਸ ਰਹਿੰਦੀ ਸੀ ਕਿ ਬਾਰੀ ਕਿਉਂ ਬੰਦ ਰਹਿਣ ਲੱਗ ਪਈ ਸੀ। ਭਾਬੀ ਮੈਨਾ, ਭਾਬੀ ਮੈਨਾ। ਹਾਂ ਕਾਕਾ, ਮੇਰਾ ਸੋਹਣਾ ਕਾਕਾ, ਪਰ ਜ਼ਰਾ ਹੌਲੀ। ਮੈਂ ਹੌਲੀ ਤੋਂ ਹੌਲੀ ਗੱਲ ਵੀ ਤੇਰੀ ਸੁਣ ਲਾਂਗੀ। ਮੈਨੂੰ ਵੀ ਤੁਹਾਡੀ ਆਵਾਜ਼ ਸਾਫ਼ ਆ ਰਹੀ ਏ। ਤੁਸੀਂ ਬੜੇ ਹੌਲੀ ਬੋਲਦੇ ਹੋ। ਹਾਂ ਮੇਰੇ ਪਿਆਰੇ ਕਾਕੇ, ਤੁਸੀਂ ਇੰਨੇ ਦਿਨ ਕਿੱਥੇ ਚਲੇ ਗਏ ਸੋ? ਮੇਰਾ ਕਮਰਾ ਹਵਾਲਾਤ ਬਣਾ ਦਿੱਤਾ ਗਿਆ ਏ। ਇਸ ਬਾਰੀ ਨੂੰ ਜੰਦਰਾ ਵੱਜ ਗਿਆ ਏ। ਉਹ ਕਿਉਂ? ਉਦਣ ਤੇਰੀ ਮੈਨਾ ਨੇ ਮੈਨੂੰ ਆਵਾਜ਼ ਮਾਰੀ ਸੀ। ਮੈਂ ਉੱਠੀ ਸੀ। ਮੈਂ ਜਦ ਤਾਂ ਤੂੰ ਸੈਂ। ਮੇਰੀ ਸੱਸ ਵੀ ਸ਼ਾਮਤ ਨੂੰ ਉਸੇ ਵੇਲੇ ਉੱਠ ਬੈਠੀ। ਉਸ ਜਦ ਤਾਂ ਮੈਂ ਤੇਰੇ ਨਾਲ ਗੱਲਾਂ ਕਰਦੀ ਸਾਂ। ਤਾਂ ਫੇਰ ਕੀ ਹੋਇਆ? ਮਾਂ ਨੇ ਆਖਿਆ ਸੀ ਤੁਸੀਂ ਮੇਰੀ ਭਾਬੀ ਹੋ। ਕਾਕਾ ਬਹੁਤ ਕੁਝ ਹੋ ਗਿਆ। ਫਾਟਕਾਂ ਨੂੰ ਤਾਲੇ ਲੱਗ ਗਏ, ਇਸ ਲਈ ਹੁਣ ਮੈਂ ਇੱਥੋਂ ਚਲੀ ਜਾਣਾ ਏ। ਇਸ ਘਰ ਵਿੱਚ ਮੇਰੀ ਅਖੀਰਲੀ ਰਾਤ ਏ। ਮੈਂ ਤੈਨੂੰ ਮਿਲ ਕੇ ਜਾਣਾ ਚਾਹੁੰਦੀ ਸਾਂ। ਤੂੰ ਕਿਸੇ ਨੂੰ ਦੱਸੇਂਗਾ ਤਾਂ ਨਹੀਂ? ਮੈਂ ਨਹੀਂ ਦੱਸਾਂਗਾ ਭਾਬੀ ਮੈਨਾ, ਪਰ ਤੁਸੀਂ ਕਿਉਂ ਜਾਂਦੇ ਹੋ? ਨਾ ਜਾਓ। ਮੈਂ ਵੱਡਾ ਹੋਵਾਂਗਾ, ਮੇਰਾ ਵਿਆਹ ਹੋਵੇਗਾ, ਮੈਂ ਆਪਣੀ ਵਹੁਟੀ ਨੂੰ ਤੁਹਾਡੇ ਘਰ ਘੱਲਾਂਗਾ। ਉਹ ਤੁਹਾਨੂੰ ਬੁਲਾਏਗੀ, ਤੁਸੀਂ ਉਹਨੂੰ ਮਿਲਣ ਆਉਣਾ। ਫਿਰ ਕੋਈ ਕੀ ਆਖੇਗਾ? ਤੁਸੀਂ ਨਾ ਜਾਓ। ਤੂੰ ਕਾਕਾ ਅਜੇ ਬੜਾ ਛੋਟਾ ਏ। ਤੇਰਾ ਵਿਆਹ ਦੂਰ ਏ। ਇੰਨੇ ਵਰੇ ਇਸ ਕੈਦਖਾਨੇ ਵਿੱਚ ਕੀਕਰ ਕੱਟੇ ਜਾਣਗੇ ਜਦੋਂ ਤੇਰੇ ਵੱਲ ਵੇਖਣਾ ਵੀ ਮੇਰਾ ਬੰਦ ਕਰ ਦਿੱਤਾ ਗਿਆ ਏ। ਤੁਸੀਂ ਕਿੱਥੇ ਜਾਓਗੇ? ਮੈਂ ਉੱਥੇ ਤੁਹਾਨੂੰ ਮਿਲਣ ਆਵਾਂਗਾ। ਨਹੀਂ ਕਾਕਾ, ਜਿੱਥੇ ਮੈਂ ਚੱਲੀ ਹਾਂ ਉੱਥੇ ਸ਼ਾਦੀ ਕੋਈ ਮਰਦ ਦੀ ਜਾਤ ਮੇਰੇ ਨਾਲ ਗੱਲ ਨਹੀਂ ਕਰ ਸਕੇਗੀ। ਤੁਸੀਂ ਉੱਥੇ ਨਾ ਜਾਓ। ਮੇਰੇ ਲਈ ਹੋਰ ਕੋਈ ਰਾਹ ਬਾਕੀ ਨਹੀਂ ਰਿਹਾ। ਮੈਂ ਪੂਜਣੀ ਹੋਣ ਦਾ ਫੈਸਲਾ ਕਰ ਲਿਆ ਏ। ਪੂਜਣੀ ਕੀ ਹੁੰਦੀ ਏ? ਉਹ ਪਾਬੜਿਆਂ ਦੀਆਂ ਸਾਧੂ ਜਨਾਨੀਆਂ ਜਿਨ੍ਹਾਂ ਦੇ ਸਿਰ ਮੁੰਨੇ ਹੋਏ, ਮੂੰਹਾਂ ਉੱਤੇ ਪੱਟੀਆਂ ਤੇ ਪੈਰ ਨੰਗੇ ਹੁੰਦੇ ਨੇ। ਨਾ ਭਾਬੀ ਮੈਨਾ, ਤੁਸੀਂ ਕਦੇ ਉਹ ਨਾ ਬਣਨਾ। ਮੈਨੂੰ ਉਹਨਾਂ ਕੋਲੋਂ ਬੜਾ ਡਰ ਲੱਗਦਾ ਏ। ਉਹਨਾਂ ਦੀਆਂ ਪੱਟੀਆਂ ਉੱਤੇ ਅੱਖਾਂ ਹੋਰ ਹੀ ਤਰ੍ਹਾਂ ਲੱਗਦੀਆਂ ਨੇ। ਕਾਕਾ ਮੇਰੇ ਲਈ ਕੋਈ ਰਾਹ ਨਹੀਂ ਰਿਹਾ। ਉਸਨੇ ਇੱਕ ਖੇਨੂ ਜਿਹਾ ਕਾਕੇ ਦੀ ਬਾਰੀ ਵਿੱਚੋਂ ਬੈਠਕ ਅੰਦਰ ਸੁੱਟਿਆ। ਇਹ ਮੇਰੀ ਨਿਸ਼ਾਨੀ ਰੱਖੀ, ਸਵੇਰ ਨੂੰ ਢੂੰਡ ਲਈ। ਹੁਣ ਖੜਾਕ ਨਾਲ ਕੋਈ ਜਾਗ ਨਾ ਪਏ ਤੇ ਮੈਨਾ ਦੀ ਬਾਰੀ ਬੰਦ ਹੋ ਗਈ। ਜੰਦਰੇ ਵਿੱਚ ਕੁੰਜੀ ਫਿਰਦੀ ਕਾਕੇ ਨੇ ਸੁਣੀ, ਬਾਕੀ ਰਾਹ ਤੋਂ ਸੌ ਨਾ ਸਕਿਆ। ਦੂਜੇ ਦਿਨ ਜਦੋਂ ਸਕੂਲੋਂ ਆਇਆ ਤਾਂ ਉਹਦੀ ਮਾਂ ਨੇ ਉਹਨੂੰ ਦੱਸਿਆ ਕਿ ਮੈਨਾ ਬੜੀ ਦੁਖੀ ਸੀ। ਰੋਜ਼ ਸੱਸ ਲੜਦੀ ਤੇ ਮਿਹਣੇ ਮਾਰਦੀ ਸੀ। ਉਹ ਅੱਕ ਕੇ ਘਰੋਂ ਨਿਕਲ ਗਈ ਏ ਤੇ ਲਿਖ ਕੇ ਛੱਡ ਗਈ ਏ ਉਹ ਪੂਜਣੀ ਹੋਣ ਚੱਲੀ ਏ। ਪਰ ਮਾਂ, ਉਹ ਇੱਥੇ ਪੂਜਣੀ ਨਹੀਂ ਸੀ ਹੋ ਸਕਦੀ। ਨਹੀਂ, ਜਿਸਨੇ ਪੂਜਣੀ ਹੋਣਾ ਹੋਵੇ ਉਹ ਆਪਣਾ ਸ਼ਹਿਰ ਛੱਡ ਕੇ ਕਿਸੇ ਦੂਜੇ ਸ਼ਹਿਰ ਦੇ ਪਾਸਰੇ ਵਿੱਚ ਜਾ ਰਹਿੰਦੀ ਏ। ਉਹ ਲੋਕ ਉਹਦੀ ਪੁੱਛ ਪੜਤਾਲ ਕਰਦੇ ਨੇ ਤੇ ਜੇ ਉਹਦੀ ਨੀਅਤ ਦਾ ਯਕੀਨ ਹੋ ਜਾਏ ਤਾਂ ਉਹਦੀ ਪੂਰੀ ਹਿਫਾਜ਼ਤ ਕਰਦੇ ਨੇ। ਚੰਗਾ ਖਵਾਉਂਦੇ ਨੇ, ਚੰਗੇ ਕੱਪੜੇ ਪਵਾਉਂਦੇ ਨੇ ਤੇ ਕੁਝ ਦਿਨ ਜੋ ਉਹ ਚਾਹੇ ਕਰਨ ਦਿੰਦੇ ਨੇ। ਫਿਰ ਸਿਰ ਮੁੰਨ ਕੇ ਪੂਜਣੀ ਬਣਾ ਦਿੰਦੇ ਨੇ। ਉਸ ਦੇ ਬਾਅਦ ਨਾ ਉਹ ਚੰਗਾ ਖਾ ਸਕਦੀ ਏ, ਨਾ ਪਹਿਨ ਸਕਦੀ ਏ ਤੇ ਨਾ ਮਰਦਾਂ ਨਾਲ ਗੱਲਾਂ ਕਰ ਸਕਦੀ ਏ। ਭਾਬੀ ਮੈਂ ਨਾ ਗਈ ਕਿੱਥੇ ਹੋਵੇਗੀ? ਪਤਾ ਲੱਗ ਜਾਏਗਾ। ਜੇ ਨੇੜੇ ਦਾ ਕੋਈ ਸ਼ਹਿਰ ਹੋਇਆ ਤਾਂ ਮੈਨੂੰ ਵਿਖਾ ਲਿਆਓਗੇ। ਪਿੰਡੀ ਇਹਨਾਂ ਦਾ ਤੱਕੜਾ ਪਾਸਰਾ ਏ। ਉੱਥੇ ਤੇਰੀ ਮਾਸੀ ਵੀ ਏ। ਜੇ ਉੱਥੇ ਹੋਇਆ ਤਾਂ 2 ਦਿਨ ਹੋ ਆਵੀਂ। ਤੇਰੀ ਮਾਸੀ ਤੈਨੂੰ ਵਿਖਾ ਦੇਵੇਗੀ। ਜਦੋਂ ਕੋਈ ਪੂਜ ਬਣਦਾ ਏ ਸਾਰੇ ਸ਼ਹਿਰ ਵਿੱਚ ਬੜੀ ਰੌਣਕ ਹੁੰਦੀ ਏ। ਕਾਕੇ ਨੇ ਮਾਸੀ ਨੂੰ ਲਿਖ ਦਿੱਤਾ ਕਿ ਉਹ ਉਹਦਾ ਪਤਾ ਰੱਖਣ। ਪਤਾ 2 ਹਫ਼ਤਿਆਂ ਵਿੱਚ ਸਾਰਿਆਂ ਨੂੰ ਪਤਾ ਹੋ ਗਿਆ। ਸਾਰੀ ਗਲੀ ਵਿੱਚ ਮੈਨਾ ਦੀਆਂ ਗੱਲਾਂ ਹੁੰਦੀਆਂ ਸਨ। ਬੜੀ ਚੰਗੀ ਜਨਾਨੀ ਸੀ। ਕਿਸੇ ਨੇ ਉਹਦਾ ਮੱਥਾ ਨਹੀਂ ਸੀ ਵੇਖਿਆ। ਵਾਲ ਕਿੱਡੇ ਸੋਹਣੇ ਰੱਖਦੀ ਵੀ ਜਾਨ ਨਾਲ ਸੀ। ਕੌਣ ਮੌਨ ਕਰ ਦਿੱਤੀ ਜਾਏਗੀ।
ਪੋਟਿਆਂ ਨਾਲ ਇੱਕ ਕਰਕੇ ਸਾਰੇ ਵਾਲ ਪੁੱਟ ਸੁੱਟਣਗੇ ਵਿਚਾਰੇ। ਕਾਕਾ ਮਾਸੀ ਕੋਲ ਪਹੁੰਚ ਗਿਆ। ਉਹਦੀ ਮਾਸੀ ਅੱਜ ਮੈਨਾ ਨੂੰ ਵੇਖ ਕੇ ਆਈ ਸੀ। ਉਹਨੇ ਬੜੇ ਸੋਹਣੇ ਕੱਪੜੇ ਪਾਏ ਹੋਏ ਸਨ, ਗਹਿਣੇ ਵੀ। ਇਹ ਗਹਿਣੇ ਲੋਕਾਂ ਨੇ ਮੰਗਵੇ ਦਿੱਤੇ ਸਨ। ਗਾਉਣ ਵੀ ਉਹਨਾਂ ਬਿਠਾਇਆ ਸੀ। ਉਹ ਕਾਕੇ ਦੀ ਗਲੀ ਦੀ ਹੋਣ ਕਰਕੇ ਮਾਸੀ ਵੀ ਦਿਲਚਸਪੀ ਵੱਧ ਲੈ ਰਹੀ ਸੀ। ਉਹ ਹਰ ਰਸਮ ਉੱਤੇ ਜਾਂਦੀ ਰਹੀ। ਉਹ ਕਾਕੇ ਨੂੰ ਦੱਸਦੀ ਸੀ ਉਹਨੂੰ ਬੜਾ ਰੂਪ ਚੜਿਆ ਹੋਇਆ ਸੀ ਤੇ ਕੱਲ੍ਹ ਉਹਨੂੰ ਡੋਲੇ ਵਿੱਚ ਪਾ ਕੇ ਸ਼ਹਿਰ ਵਿੱਚ ਪੁਆਣਗੇ, ਉੱਤੋਂ ਫੁੱਲ ਸੁੱਟਣਗੇ, ਗੁਲਾਬ ਛਿੜਕਣਗੇ। ਕਾਕਾ ਬੜਾ ਬੇਤਾਬ ਸੀ ਆਪਣੀ ਭਾਬੀ ਨੂੰ ਵੇਖਣ ਲਈ। ਉਹਨੂੰ ਉਸਨੇ ਇੱਕੋ ਹੀ ਕੱਪੜਿਆਂ ਵਿੱਚ ਵੇਖਿਆ ਹੋਇਆ ਸੀ। ਉਹ ਉਹਨਾਂ ਕੱਪੜਿਆਂ ਵਿੱਚ ਵੀ ਬੜੀ ਚੰਗੀ ਲੱਗਦੀ ਹੁੰਦੀ ਸੀ। ਗਹਿਣੇ ਉਸਨੂੰ ਕਿਹੋ ਜਿਹੇ ਲੱਗਦੇ ਹੋਣਗੇ, ਉਹਨੇ ਉਹਨੂੰ ਹੱਸਦਿਆਂ ਕਦੇ ਨਹੀਂ ਸੀ ਵੇਖਿਆ। ਮਾਸੀ ਉਸਦਾ ਜ਼ਿਕਰ ਕਰਦੀ ਸੀ ਕਿ ਉਹਦੀ ਮੁਸਕਰਾਹਟ ਬੜਿਆਂ ਦਾ ਦਿਲ ਮੋਹੰਦੀ ਸੀ। ਉਹਦਾ ਦਿੱਤਾ ਰੁਮਾਲ, ਉਹਦੀ ਨਿਸ਼ਾਨੀ ਕਾਕੇ ਦੇ ਅੰਦਰਲੇ ਬੋਝੇ ਵਿੱਚ ਸੀ। ਉਹਨੇ ਉਹ ਕਿਸੇ ਨੂੰ ਨਹੀਂ ਸੀ ਦੱਸੀ, ਪਰ ਉਹਨੂੰ ਉਹ ਵੇਖਦਾ ਰੋਜ਼ ਸੀ। ਉਹਨੇ ਹਿੰਦੀ ਦੇ ਅੱਖਰ ਸਿੱਖ ਲਏ ਸਨ ਕਿਉਂਕਿ ਹਿੰਦੀ ਵਿੱਚ ਉਹਦੇ ਉੱਤੇ ਕੱਢਿਆ ਹੋਇਆ ਸੀ ਬੜੇ ਪਿਆਰੇ ਕਾਕੇ ਨੂੰ ਉਹਦੀ ਭਾਬੀ ਵੱਲੋਂ। ਉਹਦੀ ਮਾਸੀ ਨੇ ਦੱਸਿਆ ਕਿ ਦੂਜੇ ਦਿਨ ਦੁਪਹਿਰ ਦੇ ਬਾਅਦ ਮੈਨਾ ਦੀ ਡੋਲੀ ਨਿਕਲੇਗੀ। ਇਹ ਸਾਰੇ ਬਾਜ਼ਾਰਾਂ ਵਿੱਚੋਂ ਫਿਰੇਗੀ, ਹਰ ਕੋਈ ਉਸਨੂੰ ਵੇਖ ਸਕਦਾ ਹੈ। ਕਾਕੇ ਨੇ ਦੂਜੇ ਦਿਨ ਮਾਸੀ ਦੇ ਬਾਗ ਵਿੱਚੋਂ ਕਿੰਨੇ ਸਾਰੇ ਫੁੱਲ ਤੋੜ ਕੇ ਰੁਮਾਲ ਵਿੱਚ ਬੰਨ੍ਹ ਲਏ ਸਨ ਤੇ ਜਦੋਂ ਉਹਨਾਂ ਦੇ ਚੌਂਕ ਕੋਲੋਂ ਡੋਲੀ ਲੰਘੀ ਤਾਂ ਉਹ ਜਾਣ ਕੇ ਘਰਦਿਆਂ ਨਾਲੋਂ ਵੱਖਰਾ ਹੋ ਗਿਆ। ਉਹ ਵੇਖ ਕੇ ਹੀ ਮੁੜਨਾ ਨਹੀਂ ਸੀ ਚਾਹੁੰਦਾ। ਉਹ ਸਾਰੀ ਵਾਟ ਭਾਬੀ ਦੀ ਡੋਲੀ ਨਾਲ ਰਹਿਣਾ ਚਾਹੁੰਦਾ ਸੀ। ਵਰਦੀ ਵਾਲਾ ਵਾਜਾ ਵੱਜ ਰਿਹਾ ਸੀ। ਜੈਨੀ ਲੋਕ ਸੋਟ ਕਰ ਰਹੇ ਸਨ ਪੈਸਿਆਂ ਰੁਪਈਆਂ ਦੀ। ਡੋਲੀ ਵਿੱਚ ਉਹਦੀ ਭਾਬੀ ਗਹਿਣਿਆਂ ਨਾਲ ਲੱਦੀ ਬੈਠੀ ਸੀ। ਉਹਦਾ ਮੂੰਹ ਭਾਵੇਂ ਹੋਰ ਹੀ ਤਰ੍ਹਾਂ ਦਾ ਦਿਸਦਾ ਸੀ, ਪਰ ਉਹਦੇ ਵਿੱਚ ਪਹਿਲੇ ਮੂੰਹ ਦੀ ਝਲਕ ਵੀ ਕਾਫੀ ਸੀ। ਇਹ ਹਸਨੀ ਸੂਰਤ ਨਾਲੋਂ ਉਹਦੀਆਂ ਉਦਾਸ ਅੱਖਾਂ ਕਾਕੇ ਨੂੰ ਕਿਤੇ ਪਿਆਰੀਆਂ ਲੱਗਦੀਆਂ। ਲੋਕ ਕਹਿੰਦੇ ਸਨ ਇਸ ਪੂਜਨੀ ਨੂੰ ਲੋਹੜੇ ਦਾ ਰੂਪ ਚੜ੍ਹਿਆ ਏ, ਪਰ ਕਾਕੇ ਨੂੰ ਇਸ ਖਿਲਾਰੇ ਵਿੱਚੋਂ ਉਹਦੇ ਉਹ ਪਿਆਰੇ ਨਕਸ਼ ਪੂਰੇ ਨਹੀਂ ਸਨ ਦਿਸਦੇ। ਉਹ ਜਦੋਂ ਸਮਝਦਾ ਸੀ ਉਹਦੇ ਵੱਲ ਭਾਬੀ ਦਾ ਧਿਆਨ ਹੈ, ਉਹ ਫੁੱਲ ਸੁੱਟ ਦਿੰਦਾ ਸੀ। ਉਹ ਹੱਥ ਜੋੜਦੀ ਸੀ, ਪਰ ਉਹ ਹੱਥ ਉਹਦੇ ਲਈ ਨਹੀਂ ਸਨ ਹੁੰਦੇ। ਐਡੀ ਭੀੜ ਵਿੱਚ ਨਿੱਕਾ ਜਿਹਾ ਕਾਕਾ ਉਹਨੂੰ ਕਿਸ ਤਰ੍ਹਾਂ ਦਿਸ ਸਕਦਾ ਸੀ, ਉਹ ਸੋਚਦਾ ਸੀ। ਇੱਕ ਮੋੜ ਮੁੜਨ ਲੱਗਿਆਂ ਡੋਲੀ ਅਚਾਨਕ ਉਹਦੇ ਬਹੁਤ ਨੇੜੇ ਆ ਗਈ। ਉੱਧਰੋਂ ਫੁੱਲਾਂ ਦੀ ਵਰਖਾ ਉੱਤੇ ਮੈਨਾ ਨੇ ਹੱਥ ਜੋੜੇ। ਕਾਕਾ ਉਦੋਂ ਫੁੱਲ ਸੁੱਟਣ ਲੱਗਾ ਸੀ। ਮੈਨਾ ਨੇ ਪਛਾਣ ਲਿਆ। ਉਹਦੀਆਂ ਅੱਧ ਮੀਟੀਆਂ ਅੱਖਾਂ ਚੌੜੀਆਂ ਖੁੱਲ੍ਹ ਗਈਆਂ। ਉਸ ਨੀਂਹ ਜਲਾ ਕੇ ਤੱਕਿਆ, ਫਿਰ ਹੌਸਲਾ ਕਰਕੇ ਉਸਨੇ ਆਖਿਆ ਕਿ ਉਹਦੀ ਡੋਲੀ ਖੜੀ ਕੀਤੀ ਜਾਏ। ਉਹ ਕਾਕਾ ਸਾਡੀ ਗਲੀ ਦਾ ਏ, ਮੇਰੇ ਉੱਤੇ ਫੁੱਲ ਸੁੱਟਣਾ ਚਾਹੁੰਦਾ ਏ। ਪਹੁੰਚਦੇ ਨਹੀਂ, ਉਹਨੂੰ 1 ਮਿੰਟ ਲਈ ਮੇਰੇ ਕੋਲ ਲਿਆ ਦਿਓ। ਇਹ ਵਤੀਰਾ ਅਨੋਖਾ ਸੀ, ਪਰ ਪੂਜ ਬਣਨ ਵਾਲੇ ਦੀ ਗੱਲ ਮੋੜੀ ਨਹੀਂ ਜਾਂਦੀ। ਲਿਆ ਕਾਕਾ, ਇਹ ਤੇਰੇ ਫੁੱਲ ਮੈਂ ਲੈ ਲਵਾਂ, ਤੂੰ ਬੜੀ ਦੂਰੋਂ ਆਇਆ ਏ, ਮੇਰੀ ਗਲੀ ਦਾ ਕਾਕਾ। ਕਾਕਾ ਬੜਾ ਖੁਸ਼ ਹੋਇਆ। ਮੈਂ ਨਾ ਭਾਬੀ ਨੇ ਵੇਖ ਲਿਆ, ਬੁਲਾ ਕੇ ਹੱਥਾਂ ਵਿੱਚ ਹੱਥ ਲਾ ਕੇ ਫੁੱਲ ਲੈ ਲਏ। ਰੁਮਾਲ ਵੀ ਨਹੀਂ ਮੋੜਿਆ। ਖਿਆਲ ਕੀਤਾ ਭਾਬੀ ਨਿਸ਼ਾਨੀ ਰੱਖੇਗੀ। ਜਲੂਸ ਪਾਸਰੇ ਉੱਤੇ ਪਹੁੰਚ ਗਿਆ। ਲੋਕ ਵਿਦਿਆ ਹੋ ਗਏ। ਮੈਨਾ ਤੇ ਕੁਝ ਕੁ ਇਸਤਰੀਆਂ ਉਹਦੇ ਨਾਲ ਪਾਸਰੇ ਉੱਤੇ ਚੜ੍ਹ ਗਈਆਂ। ਪੌੜੀ ਉੱਤੇ ਪੈਰ ਧਰਨ ਤੋਂ ਪਹਿਲਾਂ ਮੈਨਾ ਨੇ ਤੱਕਿਆ। ਕਾਕਾ ਸਾਹਮਣੇ ਹੱਟੀ ਦੇ ਫੱਟੇ ਉੱਤੇ ਖਲੋਤਾ ਸੀ। ਪਾਸਰੇ ਉੱਤੇ ਵੱਡੇ ਪੂਜ ਦੇ ਸਾਹਮਣੇ ਮੈਨਾ ਨੂੰ ਬਿਠਾ ਦਿੱਤਾ ਗਿਆ। ਕੀ ਤੂੰ ਆਪਣਾ ਮਨ ਪੂਰਾ ਬਣਾ ਲਿਆ ਏ? ਵੱਡੇ ਪੂਜ ਨੇ ਪੁੱਛਿਆ। ਜੀ ਮਹਾਰਾਜ, ਮੈਂ ਬਣਾ ਲਿਆ ਏ। ਕੱਪੜੇ ਗਹਿਣੇ ਤੈਨੂੰ ਸਭ ਲਾਉਣੇ ਪੈਣਗੇ ਤੇ ਫਿਰ ਜ਼ਿੰਦਗੀ ਵਿੱਚ ਤੂੰ ਇਹਨਾਂ ਨੂੰ ਅੰਗੀਕਾਰ ਨਹੀਂ ਕਰ ਸਕੇਂਗੀ। ਜੀ ਮਹਾਰਾਜ, ਮੈਨੂੰ ਇਹਨਾਂ ਦੀ ਕੋਈ ਚਾਹ ਨਹੀਂ। ਤੂੰ ਉਹੀ ਕੁਝ ਖਾਏ ਪੀਏਂਗੀ ਜੋ ਕੁਝ ਸਾਡੀ ਸ਼੍ਰੇਣੀ ਦੇ ਨਿਯਮ ਅਨੁਸਾਰ ਹੋਵੇਗਾ। ਜੀ ਮਹਾਰਾਜ, ਮੈਨੂੰ ਚੰਗੇ ਭੋਜਨ ਦੀ ਕੋਈ ਲੋੜ ਨਹੀਂ। ਮਰਦਾਂ ਨੂੰ ਛੂਹਣਾ ਤਾਂ ਕਿਤੇ ਰਿਹਾ, ਇਹਨਾਂ ਦਾ ਖਿਆਲ ਵੀ ਉਸ ਧਰਮ ਵਿੱਚ ਵਿਘਨ ਪਾਏਗਾ ਜਿਹੜਾ ਧਰਮ ਤੂੰ ਚੁਣ ਰਹੀ ਹੈ। ਮੈਨਾ ਨੇ ਲੰਮਾ ਸਾਹ ਲਿਆ। ਉਹਦੀ ਜੇਬ ਵਿੱਚ ਪਾਇਆ ਕਾਕੇ ਦਾ ਰੁਮਾਲ ਖੁੱਲ੍ਹਦਾ ਮਹਿਸੂਸ ਹੋਇਆ ਤੇ ਰੁਮਾਲ ਦੇ ਸਿਰੇ ਨਿੱਕੀਆਂ ਬਾਹਾਂ ਬਣ ਕੇ ਉਹਦੀ ਕਮਰ ਦੁਆਲੇ ਲਿਪਟ ਗਏ। ਔੜਕ ਕੁਝ ਸੰਭਲ ਕੇ ਉਸਨੇ ਉੱਤਰ ਦਿੱਤਾ, ਹਾਂ ਮਹਾਰਾਜ, ਇਹ ਵੀ ਮੈਂ ਪ੍ਰਵਾਨ ਕਰ ਸਕਦੀ ਹਾਂ। ਹੁਣ ਤੂੰ ਉਸ ਕਮਰੇ ਵਿੱਚ ਜਾ ਕੇ ਕੱਪੜੇ ਲਾ ਦੇ। ਜਿਹੜੇ ਕੱਪੜੇ ਤੈਨੂੰ ਦਿੱਤੇ ਜਾਣਗੇ ਪਾ ਲੈ, ਤੇ ਫਿਰ ਤੈਨੂੰ ਇਹ ਆਪਣੇ ਕੇਸ ਕਟਾਣੇ ਹੋਣਗੇ ਤੇ ਉਸ ਤੋਂ ਬਾਅਦ ਤੈਨੂੰ ਤੇਰੀ ਪੂਜ ਮਾਤਾ ਦੱਸੇਗੀ ਕਿਸ ਤਰ੍ਹਾਂ ਪੋਟਿਆਂ ਨਾਲ ਹਰ ਇੱਕ ਵਾਲ ਪੱਟਿਆ ਜਾ ਸਕਦਾ ਹੈ। ਵਾਲਾਂ ਦੇ ਕੱਟਣ ਪੁੱਟਣ ਦਾ ਜ਼ਿਕਰ ਸੁਣ ਕੇ ਉਹ ਉੱਠਦਾ ਹੌਕਾ ਨਾ ਰੋਕ ਸਕੀ ਤੇ ਬੜਾ ਹੌਸਲਾ ਕਰਕੇ ਬੋਲੀ, ਪੂਜ ਪਿਤਾ ਜੀ, ਮੈਨੂੰ ਵਾਲ ਰੱਖਣ ਦੀ ਆਗਿਆ ਨਹੀਂ ਦੇ ਸਕਦੇ? ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਵੱਡਾ ਪੂਜ ਬੜਾ ਹੈਰਾਨ ਹੋ ਕੇ ਬੋਲਿਆ। ਮੈਂ ਜਾਣਦੀ ਹਾਂ, ਇਹ ਮੇਰੀ ਮੰਗ ਅਨੋਖੀ ਹੈ। ਮੈਨਾ ਦੇ ਇੱਕਦਮ ਅੰਦਰੋਂ ਕੋਈ ਤਾਕਤ ਜੀ ਆ ਰਹੀ ਸੀ, ਪਰ ਜੇ ਤੁਸੀਂ ਮੰਨ ਲਵੋ, ਮੈਂ ਤੁਹਾਨੂੰ ਕਦੇ ਉਲਾਂਭਾ ਨਹੀਂ ਦਵਾਵਾਂਗੀ। ਮੇਰੇ ਅੰਦਰ ਪਤਾ ਨਹੀਂ ਕੀ ਬੱਜਾ ਰੁਕਿਆ ਹੋਇਆ ਏ।
ਮੈਂ ਤੁਹਾਡੀ ਉਹੋ ਜਿਹੀ ਸੇਵਕ ਬਣਾਂਗੀ ਕਿ ਸਾਰੀ ਕੌਮ ਅਚੰਭਾ ਕਰੇਗੀ, ਮੇਰੇ ਵਾਲ ਨਾ ਕੱਟੇ ਜਾਣ। ਪਰ ਇਹ ਕਦਾਚਿਤ ਹੋਣ ਵਾਲੀ ਗੱਲ ਨਹੀਂ। ਤੈਨੂੰ ਪਤਾ ਨਹੀਂ ਸੀ? ਮੈਨੂੰ ਪਤਾ ਸੀ, ਮੈਂ ਜਾਣਦੀ ਸਾਂ ਮੈਂ ਵਾਲ ਕਟਾ ਲਵਾਂਗੀ, ਪਰ ਹੁਣ ਜਦੋਂ ਕੱਟਣ ਦਾ ਵੇਲਾ ਆਇਆ ਮੈਨੂੰ ਜਾਪ ਰਿਹਾ ਏ ਕਿ ਇਹ ਮੇਰੇ ਵਾਲ ਜਿਉਂਦੇ ਹਨ, ਇਹ ਮੇਰੀ ਜਾਨ ਵਿੱਚ ਉੱਗੇ ਹਨ। ਇਹਨਾਂ ਨੂੰ ਜਦੋਂ ਕੰਘਾ ਵਾਹੁੰਦੀ ਸਾਂ ਤਾਂ ਇਹ ਹਰ ਝਟਕੇ ਨਾਲ ਜਦੋਂ ਮੇਰੀਆਂ ਲੱਤਾਂ ਨਾਲ ਲੱਗਦੇ ਸਨ, ਇਹਨਾਂ ਵਿੱਚ ਕੋਈ ਜਿਉਂਦੀ ਛੂਹ ਸੀ। ਕਈ ਸਾਲ ਸਿਵਾਏ ਇਹਨਾਂ ਦੇ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ। ਫਿਰ ਮੱਥਾ ਟੇਕ ਕੇ ਬੋਲੀ, ਹੇ ਪਰਮ ਪੂਜ, ਇੱਕ ਵਾਰੀ ਅਨਹੋਣੀ ਵੀ ਕਰ ਵੇਖ, ਤੁਸੀਂ ਆਪਣੇ ਫੈਸਲੇ ਉੱਤੇ ਕਦੀ ਨਹੀਂ ਪਛਤਾਓਗੇ। ਵੱਡੇ ਪੂਜ ਦਾ ਦਿਲ ਪਸੀਜ ਤਾਂ ਗਿਆ, ਪਰ ਪੂਜ ਇਸਤਰੀ ਦੇ ਵਾਲ ਵੇਖ ਕੇ ਲੋਕ ਕੀ ਆਖਣਗੇ? ਨਹੀਂ ਬੀਬੀ, ਇਹ ਗੱਲ ਤੇਰੀ ਮੰਨੀ ਨਹੀਂ ਜਾਣੀ। ਫਿਰ ਹੇ ਪੂਜ ਪਿਤਾ, ਮੈਨੂੰ 5 ਮਿੰਟ ਇਕੱਲੇ ਆਪਣੇ ਮਨ ਨੂੰ ਸਮਝਾ ਲੈਣ ਦਿਓ। ਮੈਨਾ ਨੇ ਮਨ ਪੱਕਾ ਕਰਕੇ ਆਖਿਆ। ਹਾਂ ਜਾਓ, ਸਾਹਮਣੀ ਰੌਂਸ ਉੱਤੇ ਬਹਿ ਕੇ ਸੋਚ ਲਓ। ਮੈਨਾ ਉੱਠੀ ਤੇ ਹੌਲੀ ਹੌਲੀ ਪਰ ਪੱਕੇ ਪੈਰ ਧਰਦੀ ਹੋਈ ਸਾਹਮਣੀ ਰੌਂਸ ਉੱਤੇ ਜਾ ਬੈਠੀ। ਇਸ ਰੌਂਸ ਦੇ ਬੰਨਿਓ ਹੇਠਾਂ ਬਾਜ਼ਾਰ ਸੀ। ਕੁਝ ਚਿਰ ਬਾਅਦ ਮੈਨਾ ਉੱਠ ਬੈਠੀ। ਇਹ ਇਸਤਰੀ ਹੈ ਕੋਈ ਅਨੋਖੀ। ਮੈਂ ਕਈ ਇਸਤਰੀਆਂ ਦੀ ਇਹ ਰਸਮ ਅਦਾ ਕੀਤੀ ਏ, ਪਰ ਇਹਦਾ ਸਭ ਕੁਝ ਸੋਚਾਂ ਵਿੱਚ ਪਾਉਣ ਵਾਲਾ ਏ। ਜੇ ਪੁਜਾਰਨ ਬਣ ਗਈ ਤਾਂ ਬੜੀ ਸ਼ੋਹਰਤ ਹਾਸਲ ਕਰੇਗੀ। ਪਰ ਉਹ ਰੌਂਸ ਉੱਤੇ ਖਲੋ ਕਿਉਂ ਗਈ? ਦੂਜੇ ਨੇ ਘਬਰਾ ਕੇ ਆਖਿਆ। ਵੱਡੇ ਪੂਜ ਨੇ ਵੀ ਤੱਕਿਆ। ਮੈਨਾ ਰੌਂਸ ਉੱਤੇ ਖਲੋ ਗਈ ਸੀ। ਉਸਨੇ ਆਪਣੀ ਉਂਗਲ ਜੂੜੇ ਵਿੱਚ ਫੇਰੀ, ਜੂੜਾ ਖੁੱਲ੍ਹ ਗਿਆ। ਵਾਲ ਕਮਰ ਤੋਂ ਹੇਠਾਂ ਲਮਕ ਪਏ। ਨਿੱਕੀ ਨਿੱਕੀ ਹਵਾ ਵਿੱਚ ਉਹਨਾਂ ਦੀਆਂ ਪਤਲੀਆਂ ਬੂੰਬਲਾਂ ਸਰ ਉੱਡ ਰਹੀਆਂ ਸਨ। ਕਿੱਡੇ ਲੰਮੇ ਵਾਲ! ਸਾਰੇ ਉੱਠ ਕੇ ਪੌੜੀਆਂ ਵੱਲ ਦੌੜੇ। ਰੌਂਸ ਉੱਤੇ ਕੋਈ ਇਸਤਰੀ ਨਹੀਂ ਸੀ ਖਲੋਤੀ ਹੋਈ। ਸਾਰੇ ਥੱਲੇ ਪਹੁੰਚੇ। ਬਾਜ਼ਾਰ ਵਿੱਚ ਹਾਹਾਕਾਰ ਮਚੀ ਹੋਈ ਸੀ। ਇੱਕ ਮੁੰਡਾ ਟੁੱਟੀ ਫਿੱਸੀ ਮੈਨਾ ਦੇ ਸਿਰਹਾਣੇ ਬੈਠਾ ਸੀ। ਉਸਨੇ ਖਿਲਰੇ ਹੋਏ ਵਾਲ ਮੱਥੇ ਤੋਂ ਪਰਾਂ ਹਟਾ ਕੇ ਚੀਰ ਸਿੱਧਾ ਕਰ ਦਿੱਤਾ ਸੀ। ਕਾਲੇ ਕੇਸਾਂ ਵਿੱਚ ਕਿਤੇ ਕਿਤੇ ਸੰਦੂਰ ਵਾਂਗ ਲਹੂ ਲਿਸ਼ਕ ਰਿਹਾ ਸੀ। ਮੁੰਡੇ ਦੀਆਂ ਅੱਖਾਂ ਵਿੱਚੋਂ ਤਾਰ-ਤਾਰ ਹੰਝੂ ਡਿੱਗ ਰਹੇ ਸਨ ਤੇ ਉਹ ਹੇਠਾਂ ਪਈ ਇਸਤਰੀ ਦੀਆਂ ਅੱਖਾਂ ਵਿੱਚ ਤੱਕ ਰਿਹਾ ਸੀ। ਇਹ ਅੱਖਾਂ ਖੁੱਲ੍ਹੀਆਂ ਸਨ। ਅੱਗੇ ਇਹਨਾਂ ਦਾ ਰੰਗ ਕਾਕੇ ਨੇ ਕਦੀ ਨਹੀਂ ਸੀ ਵੇਖਿਆ। ਉਸ ਕਾਲੀ ਰਾਤ ਵਰਗੀਆਂ ਜਿਹੜੀ ਰਾਤ ਅਖੀਰੀ ਉਹਨੇ ਉਹਨੂੰ ਜਗਾਇਆ ਸੀ। ਪਰ ਉਸ ਰਾਤ ਦੀਆਂ ਡੂੰਘਾਈਆਂ ਵਿੱਚ ਕੋਈ ਸੂਰਜ ਲੁਕਿਆ ਹੋਇਆ ਸੀ। ਕਦੇ ਉਹਨੂੰ ਹਨੇਰੇ ਵਿੱਚੋਂ ਵੀ ਉਹ ਰਾਤੀ ਲੱਭਦਾ ਸੀ। ਉਹ ਹੁਣ ਵੀ ਓਡੀਆਂ ਹੀ ਕਾਲੀਆਂ ਤੇ ਓਡੀਆਂ ਹੀ ਰੋਸ਼ਨ ਸਨ। ਉਹ ਖੁੱਲ੍ਹੀਆਂ ਹੋਈਆਂ ਸਨ, ਪਰ ਉਹਨਾਂ ਵਿੱਚ ਇਸ ਵੇਲੇ ਕੋਈ ਸੂਰਜ ਨਹੀਂ ਸੀ।